ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਫ਼ਰ ਸਾਂਝ ਤੇ ਆਪਾਂ ਗੱਲ ਕਰ ਰਹੇ ਹਾਂ ਕਿਸੇ ਦਾ ਹਾਲ ਚਾਲ ਪੁੱਛਣ ਦੀ, ਕਿਸੇ ਨਾਲ ਗੱਲਬਾਤ ਕਰਨ ਦੀ। ਦੋਸਤੋ, ਕਦੇ ਸੋਚਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬੜੀ ਹੀ ਅਜੀਬ ਜਿਹੀ ਬਣਾ ਲਿਆ ਹੈ। ਅਸੀਂ ਮੁਖੌਟੇ ਪਾ ਕੇ ਜਿਉਣ ਦੇ ਆਦੀ ਹੋ ਗਏ ਹਾਂ। ਦਿਨ ਵਿੱਚ ਕਈ ਮੁਖੌਟੇ ਬਦਲਦੇ ਹਾਂ। ਮੈਂ ਕਿਤੇ ਪੜ੍ਹਿਆ ਸੀ ਕਿ ਉਦਾਸੀ ਨੂੰ ਛੁਪਾਉਣ ਲਈ ਤੇ ਇਕੱਲੇਪਨ ਨੂੰ ਛੁਪਾਉਣ ਲਈ ਕਈ ਔਰਤਾਂ ਗੂੜਾ ਮੇਕਅਪ ਕਰਦੀਆਂ ਨੇ ਤੇ ਮਿੰਨਾ ਮੁਸਕਰਾਉਂਦੀਆਂ ਨੇ। ਤੁਮ ਇਤਨਾ ਕਿਉਂ ਮੁਸਕਰਾ ਰਹੇ ਹੋ? तुम इतना क्यों मुस्कुरा रहे हो? क्या गम है जो छिपा रहे हो? ਇਸ ਝੂਠੀ ਮੁਸਕਰਾਹਟ ਨਾਲ ਚਾਹੇ ਉਹਨਾਂ ਦਾ ਚਿਹਰਾ ਪੀੜ ਹੋ ਜਾਵੇ, ਪਰ ਉਹ ਮੁਸਕਰਾਉਂਦੀਆਂ ਨੇ। ਉਹ ਵਧੀਆ ਹੋਣ ਦਾ ਵਿਖਾਵਾ ਕਰਦੀਆਂ ਨੇ ਤੇ ਆਦਮੀ ਵੀ ਸ਼ਾਇਦ ਇਸੇ ਤਰ੍ਹਾਂ ਕਰਦੇ ਹੋਣਗੇ। ਝੂਠੇ ਫਿੱਕੇ ਹਾਸੇ ਦਾ ਸਹਾਰਾ ਲੈਂਦੇ ਹੋਣਗੇ ਆਪਾ ਛੁਪਾਉਣ ਲਈ। ਇਹ ਕਿਸੇ ਹੱਦ ਤੱਕ ਜ਼ਰੂਰੀ ਵੀ ਹੋ ਜਾਂਦਾ ਹੈ ਸਮਾਜ ਵਿੱਚ ਵਿਚਰਨ ਵਾਸਤੇ, ਪਰ ਹਾਸਿਆਂ ਨਾਚਾਂ ਪਿਛਲੀ ਸੱਚਾਈ ਕੋਈ ਹੋਰ ਹੁੰਦੀ ਹੈ। मुस्तकिल हंसने की आदत से पता चलता है, मुस्तकिल हंसने की आदत से पता चलता है उसने किसी गहरे जख्म को सीने में छिपाए रखा है। ਦੋਸਤੋ, ਕੀ ਤੁਸੀਂ ਉਦਾਸੀ ਤੇ ਉਦਾਸੀਨਤਾ ਵਿੱਚ ਫਰਕ ਕਰ ਪਾਉਂਦੇ ਹੋ? ਹਰ ਇੱਕ ਦੇ ਹਿੱਸੇ ਕੁਝ ਪਲ ਉਦਾਸੀ ਦੇ ਜ਼ਰੂਰ ਆਏ ਹੋਣਗੇ। ਬਹੁਤ ਲੋਕ ਉਦਾਸੀਨਤਾ ਜਾਣੀ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਏ ਹੋਣਗੇ। ਤਾਂ ਫਿਰ ਕੀ ਫਰਕ ਹੈ ਭਲਾ ਉਦਾਸੀ ਤੇ ਉਦਾਸੀਨਤਾ ਵਿੱਚ, ਉਦਾਸੀ ਤੇ ਡਿਪਰੈਸ਼ਨ ਵਿੱਚ? ਅਸੀਂ ਉਦਾਸ ਹੋ ਜਾਂਦੇ ਹਾਂ ਜਦੋਂ ਕੁਝ ਅਜਿਹਾ ਹੋ ਜਾਵੇ ਜੋ ਅਸੀਂ ਨਹੀਂ ਚਾਹੁੰਦੇ। ਉਦਾਸੀ ਦਾ ਸਿੱਧਾ ਸੰਬੰਧ ਕਿਸੇ ਖਾਸ ਸਥਿਤੀ ਨਾਲ ਹੁੰਦਾ ਹੈ, ਜਿਸ ਕਰਕੇ ਅਸੀਂ ਕਦੇ ਅਸ਼ਾਂਤ, ਨਿਢਾਲ, ਛਲਣੀ ਹੋਏ ਅਤੇ ਅਤਿਅੰਤ ਪੀੜਾ ਵਿੱਚ ਮਹਿਸੂਸ ਕਰਦੇ ਹਾਂ, ਜੋ ਸਿੱਧੇ ਤੌਰ ਤੇ ਇਸ ਨੂੰ ਉਤਪੰਨ ਕਰਨ ਦੇ ਕਾਰਨ ਨਾਲ ਜੁੜਿਆ ਹੁੰਦਾ ਹੈ। ਜਦੋਂ ਤੁਸੀਂ ਕਿਸੇ ਇੱਕ ਕਾਰਨ ਕਰਕੇ ਉਦਾਸ ਹੁੰਦੇ ਹੋ ਤਾਂ ਤੁਸੀਂ ਕਿਸੇ ਦੂਜੇ ਕਾਰਨ ਕਰਕੇ ਖੁਸ਼ ਵੀ ਹੋ ਸਕਦੇ ਹੋ। ਉਦਾਸੀ ਸਾਡੇ ਜੀਵਨ ਵਿੱਚ ਕਿਸੇ ਰੁੱਤ ਵਾਂਗ ਆਉਂਦੀ ਤੇ ਜਾਂਦੀ ਰਹਿੰਦੀ ਹੈ। ਉਦਾਸੀ ਨਕਾਰਾਤਮਕ ਨਹੀਂ ਹੁੰਦੀ ਤੇ ਨਾ ਕੋਈ ਅਜਿਹੀ ਸਥਿਤੀ ਹੁੰਦੀ ਹੈ ਜਿਸ ਤੋਂ ਬਚਿਆ ਜਾਣਾ ਚਾਹੀਦਾ ਹੋਵੇ। ਅਸਲ ਵਿੱਚ ਸਾਨੂੰ ਖੁਸ਼ੀ ਦਾ ਓਨਾ ਚਿਰ ਅਹਿਸਾਸ ਤੱਕ ਨਹੀਂ ਹੁੰਦਾ ਜੋ ਸਾਡੀ ਜ਼ਿੰਦਗੀ ਵਿੱਚ ਉਦਾਸੀ ਨਾ ਹੋਵੇ। ਖੁਸ਼ੀ ਲਈ ਉਦਾਸੀ ਰੂਪੀ ਵਿਰੋਧੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਦਾਸੀ ਸਾਨੂੰ ਯਾਦ ਕਰਵਾਉਂਦੀ ਰਹਿੰਦੀ ਹੈ ਕਿ ਅਸੀਂ ਆਪਣੀ ਕਿੰਨੀ ਕੁ ਪਰਵਾਹ ਕਰਦੇ ਹਾਂ। ਜ਼ਿੰਦਗੀ ਵਿੱਚ ਕੁਝ ਜ਼ਿਆਦਾ ਹੀ ਵਿਅਸਤ ਹੋਣ ਦੀ ਕੀਮਤ ਅਸੀਂ ਇਸੇ ਰੂਪ ਵਿੱਚ ਅਦਾ ਕਰਦੇ ਹਾਂ। ਪਰ ਉਦਾਸੀਨਤਾ ਜਾਣੀ ਡਿਪਰੈਸ਼ਨ ਇਸ ਤੋਂ ਬਹੁਤ ਵੱਖਰਾ ਹੁੰਦਾ ਹੈ। ਜਿੱਥੇ ਉਦਾਸੀ ਕਿਸੇ ਖਾਸ ਸਥਿਤੀ ਕਰਕੇ ਉਤਪੰਨ ਹੁੰਦੀ ਹੈ, ਉੱਥੇ ਉਦਾਸੀਨਤਾ ਹਰ ਸਥਿਤੀ ਵਿੱਚ ਭਾਰੂ ਰਹਿੰਦੀ ਹੈ। ਉਦਾਸੀਨਤਾ ਉਦਾਸੀ ਨਾਲੋਂ ਲੰਮੇਰੇ ਸਮੇਂ ਲਈ ਟਿਕੀ ਰਹਿੰਦੀ ਹੈ ਤੇ ਸਾਡੀ ਜ਼ਿੰਦਗੀ ਦੇ ਵਧੇਰੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਿਸੇ ਅਜਿਹੀ ਐਨਕ ਵਰਗੀ ਹੁੰਦੀ ਹੈ ਜਿਸ ਵਿੱਚੋਂ ਵੇਖਦਿਆਂ ਸਾਨੂੰ ਸਭ ਕੁਝ ਨਾਪੱਖੀ ਤੇ ਨਕਾਰਾਤਮਕ ਵਿਖਾਈ ਦਿੰਦਾ ਹੈ। ਉਹ ਭਾਵੇਂ ਤੁਸੀਂ ਖੁਦ ਆਪ ਹੋਵੋ, ਦੂਜੇ ਹੋਣ ਜਾਂ ਤੁਹਾਡਾ ਚੌਗਿਰਦਾ ਤੇ ਤੁਹਾਡਾ ਭਵਿੱਖ। ਉਦਾਸੀਨਤਾ ਨੂੰ ਮਹਿਸੂਸ ਕਰਦਿਆਂ ਇੰਝ ਲੱਗਦਾ ਹੈ ਜਿਵੇਂ ਤੁਸੀਂ ਖੁਦ ਨੂੰ ਆਪਣੇ ਆਪ ਵਿੱਚ ਬੰਦ ਕਰ ਲਿਆ ਹੋਵੇ। ਇਹ ਕੇਵਲ ਢਿੰਨ ਦੀ ਮਨੋਦਿਸ਼ਾ ਹੀ ਨਹੀਂ ਹੁੰਦੀ, ਸਗੋਂ ਅਜਿਹੀ ਸਥਿਤੀ ਵਿੱਚ ਆਪਣੀ ਜ਼ਿੰਦਗੀ ਦਾ ਕੋਈ ਇੱਕ ਪਲ ਮਾਣਨ ਤੋਂ ਵੀ ਅਸੀਂ ਵਾਂਝੇ ਹੋ ਜਾਂਦੇ ਹਾਂ। ਤੁਹਾਡਾ ਭਾਰ ਘਟ ਸਕਦਾ ਹੈ ਜਾਂ ਵੱਧ ਸਕਦਾ ਹੈ। ਨੀਂਦ ਵਿੱਚ ਵਿਘਨ ਪੈਂਦਾ ਹੈ ਜਾਂ ਨੀਂਦ ਵਧੇਰੇ ਆਉਂਦੀ ਹੈ। ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਤੇ ਧਿਆਨ ਵੀ ਕੇਂਦਰਿਤ ਨਹੀਂ ਹੁੰਦਾ ਤੇ ਕੋਈ ਵੀ ਫੈਸਲਾ ਲੈਣਾ ਬੜਾ ਹੀ ਔਖਾ ਲੱਗਦਾ ਹੈ। ਉਦਾਸੀਨਤਾ ਤੁਹਾਨੂੰ ਆਪਣੇ ਆਪ ਬਾਰੇ ਬਹੁਤ ਹੀ ਨਾਜ਼ੁਕ ਬਣਾ ਦਿੰਦੀ ਹੈ। ਕਦੇ ਤਾਂ ਤੁਹਾਨੂੰ ਇਹ ਲੱਗਣ ਲਾ ਦਿੰਦੀ ਹੈ ਕਿ ਤੁਸੀਂ ਬਿਲਕੁਲ ਹੀ ਬੇਕਾਰ ਹੋ। ਇਸ ਕਾਰਨ ਉਤਪੰਨ ਹੋਈ ਪੀੜਾ ਜਦੋਂ ਅਜਿਹੇ ਵਿਸ਼ਵਾਸ ਨਾਲ ਗੁੰਨੀ ਜਾਵੇ ਕਿ ਭਵਿੱਖ ਵਿੱਚ ਤੁਹਾਡੇ ਲਈ ਕਿਸੇ ਤਰ੍ਹਾਂ ਦੇ ਕੋਈ ਸੁਧਾਰ ਦੀ ਉਮੀਦ ਹੀ ਨਹੀਂ, ਕੋਈ ਆਸ ਬਾਕੀ ਹੀ ਨਹੀਂ ਬਚੀ, ਤਾਂ ਤੁਸੀਂ ਅਜਿਹੇ ਮੋੜ 'ਤੇ ਆਣ ਖਲੋਂਦੇ ਹੋ ਜਿੱਥੇ ਤੁਹਾਨੂੰ ਜ਼ਿੰਦਗੀ ਹੋਰ ਜਿਉਣ ਜੋਗਾ ਛੱਡਦੀ ਹੀ ਨਹੀਂ।
ਤੁਹਾਨੂੰ ਜ਼ਿੰਦਗੀ ਹੋਰ ਜਿਉਣ ਜੋਗੀ ਹੀ ਨਹੀਂ ਲੱਗਦੀ। ਤੂੰ ਇੱਥੋਂ ਜਾਣ ਦੀ ਹਰ ਵੇਲੇ ਕਿਉਂ ਗੱਲ ਕਰਦਾ ਹੈ? ਤੂੰ ਇੱਥੋਂ ਜਾਣ ਦੀ ਹਰ ਵੇਲੇ ਕਿਉਂ ਗੱਲ ਕਰਦਾ ਹੈ? ਵਫਾ ਨਾਲ ਪਾਲਣੇ ਨੇ ਅਸਾਂ ਇਹ ਮੋਹ ਦੇ ਰਿਸ਼ਤੇ। ਕਹਿਣ ਤੋਂ ਭਾਵ ਹੈ ਕਿ ਉਹ ਵਿਅਕਤੀ ਕਿਸੇ ਸਮਾਗਮ ਜਾਂ ਕਿਸੇ ਦੇ ਘਰੋਂ ਜਾਣ ਦੀ ਗੱਲ ਨਹੀਂ ਕਰਦਾ, ਉਹ ਤਾਂ ਸਗੋਂ ਇਸ ਸੰਸਾਰ ਤੋਂ ਜਾਣ ਦੀ ਗੱਲ ਕਰ ਰਿਹਾ ਹੈ। ਉਸ ਨੂੰ ਲੱਗਿਆ ਕਿ ਹੁਣ ਸਾਰੀਆਂ ਉਂਗਲਾਂ ਉਸੇ ਵੱਲ ਹੀ ਉੱਠ ਰਹੀਆਂ ਨੇ। ਅਜਿਹੀ ਸਥਿਤੀ ਵਿੱਚ ਸਾਨੂੰ ਉਸ ਵਿਅਕਤੀ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਉਦਾਸੀਨਤਾ ਇੱਕ ਬਿਮਾਰੀ ਹੈ, ਡਿਪਰੈਸ਼ਨ ਇੱਕ ਬਿਮਾਰੀ ਹੈ, ਪਰ ਸਾਡਾ ਪੰਜਾਬੀ ਭਾਈਚਾਰਾ ਇਸ ਨੂੰ ਬਿਮਾਰੀ ਨਹੀਂ ਮੰਨਦਾ। ਉਦਾਸੀਨਤਾ ਜਾਣੀ ਡਿਪਰੈਸ਼ਨ ਵਾਲੇ ਵਿਅਕਤੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪ ਹੀ ਠੀਕ ਹੋ ਜਾਵੇਗਾ। ਉਸ ਨੂੰ ਕਿਹਾ ਜਾਂਦਾ ਹੈ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ, ਆਪਣੀ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਯਾਦ ਕਰੋ, ਜਾਂ ਤੁਹਾਨੂੰ ਇਸ ਨਾਲ ਸਮਝੌਤਾ ਕਰਨਾ ਹੀ ਪਵੇਗਾ। ਇਹ ਸਰਾਸਰ ਗਲਤ ਹੈ। ਜਿਵੇਂ ਜਦੋਂ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਕੀ ਅਸੀਂ ਉਸ ਨੂੰ ਇਹ ਕਹਿੰਦੇ ਹਾਂ ਕਿ ਤੂੰ ਉੱਠ ਕੇ ਤੁਰਨ ਦੀ ਕੋਸ਼ਿਸ਼ ਤਾਂ ਕਰ, ਬਸ ਤੂੰ ਤੁਰਨ ਹੀ ਲੱਗ ਜਾਣਾ? ਨਹੀਂ, ਬਿਲਕੁਲ ਨਹੀਂ। ਉਸ ਨੂੰ ਖਾਸ ਦਵਾਈ ਦੀ ਲੋੜ ਪੈਂਦੀ ਹੈ, ਲੋੜ ਪੈਣ 'ਤੇ ਪਲਸਤਰ ਵੀ ਕੀਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਉਦਾਸੀਨਤਾ ਵੀ ਇੱਕ ਬਿਮਾਰੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਸਵੀਕਾਰਿਆ ਜਾਣਾ ਚਾਹੀਦਾ। ਸਮਾਜ ਤੋਂ ਲੁਕੋਇਆ ਨਹੀਂ ਜਾਣਾ ਚਾਹੀਦਾ ਕਿ ਲੋਕ ਕੀ ਕਹਿਣਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਨੂੰ ਸਵੀਕਾਰਨਾ ਸਿੱਖਣਾ ਪੈਣਾ। ਚਲੋ ਦੋਸਤੋ, ਇੱਕ ਸਵਾਲ ਆਪਾਂ ਖੁਦ ਨੂੰ ਪਾਉਂਦੇ ਹਾਂ, ਕੀ ਸਾਡੇ ਭਾਈਚਾਰੇ ਤੋਂ ਇਸ ਨੂੰ ਸਵੀਕਾਰਨ ਦੀ ਉਮੀਦ ਕੀਤੀ ਜਾ ਸਕਦੀ ਹੈ? ਇਸ ਬਾਰੇ ਜ਼ਰੂਰ ਸੋਚਣਾ ਚਾਹੀਓ ਤੇ ਫਿਰ ਇਸ ਦੇ ਇਲਾਜ ਲਈ ਕਦਮ ਚੁੱਕਣੇ ਪੈਣੇ ਨੇ। ਬਿਹਤਰ ਹੋਵੇਗਾ ਜੇ ਅਸੀਂ ਇਹ ਅਜ਼ਮਾਈਏ ਕਿ ਮੈਂ ਤੇਰੇ ਨਾਲ ਹਾਂ, ਤੂੰ ਕਿਸੇ ਵੀ ਸਥਿਤੀ ਵਿੱਚ ਇਕੱਲਾ ਨਹੀਂ, ਮੈਂ ਤੇਰੀ ਕਿੱਦਾਂ ਮਦਦ ਕਰ ਸਕਦਾ ਹਾਂ।